अस्सलाम वालेकुम जी राव साहब। वालेकुम अस्सलाम जी मुश्ताक कमर साहब, थैंक यू वेरी मच जी फॉर दिस नाइस हॉस्पिटैलिटी फॉर मी। अच्छा सर, की हाल चाल है ਤੁਹਾਡੇ? ਬੜਾ ਰੱਬ ਦਾ ਕਰਮ ਜੀ, ਬਹੁਤ ਉਹਦੀ ਮਾਲਕ ਦੀ ਬੜੀ ਕਰਮ ਅਸੀਂ ਨਵਾਜ਼ੀ ਹੈ ਤੁਹਾਨੂੰ ਜੀ। ਸਵੇਰ ਅਸੀਂ ਤੁਹਾਨੂੰ ਤੰਗ ਕੀਤਾ, ਅਸੀਂ ਤੁਹਾਨੂੰ ਆਪਣੇ ਇੱਥੇ ਤੱਕ ਸਫ਼ਰ ਕਰਾਇਆ ਤੁਹਾਨੂੰ, ਤੇ ਤੁਹਾਨੂੰ ਕਿਹਦਾ ਲੱਗਿਆ? ਨਹੀਂ ਸਰ, ਤੰਗੀ ਕੋਈ ਨਹੀਂ ਹੈਗੀ ਸਾਨੂੰ, ਮੈਨੂੰ ਤਾਂ ਬੜਾ ਚੰਗਾ ਲੱਗਾ ਕਿਉਂਕਿ ਇਹ ਜਿਹੜੀ ਜ਼ਿੰਦਗੀ ਹੈ ਇਹ ਬਰਫ਼ ਦਾ ਬਲੌਕ ਹੈ। ਅਗਰ ਇਹਨੇ ਕਿਸੇ ਦਾ ਪਾਣੀ ਠੰਡਾ ਨਾ ਕੀਤਾ, ਕਿਸੇ ਦਾ ਡੋਣਾ ਠੰਡਾ ਨਾ ਕੀਤਾ, ਕਿਸੇ ਦਾ ਗਲਾਸ ਠੰਡਾ ਨਾ ਕੀਤਾ ਤਾਂ ਜ਼ਾਹਰ ਇਹਨੇ ਖੁਰ ਤੇ ਜਾਣਾ ਹੈ। ਬਿਹਤਰ ਹੈ ਕਿ ਸਵੇਰੇ ਅਗਰ ਮੈਂ ਉੱਠ ਕੇ ਇੱਥੇ ਆ ਗਿਆ ਔਰ ਮੇਰੇ ਭਰਾ ਮੈਨੂੰ ਸੁਣਦੇ ਨੇ ਤੁਹਾਡੇ ਵਿਹੜੇ 'ਚ ਬਹਿ ਕੇ, ਤਾਂ ਮੈਨੂੰ ਤਾਂ ਬੜਾ ਚੰਗਾ ਲੱਗੇਗਾ ਅੱਜ। ਕਿਉਂਕਿ ਤੁਸੀਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਸੂਫੀਜ਼ਮ ਤੇ ਬਹੁਤ ਸਾਰਾ ਕੰਮ ਕੀਤਾ ਹੈ, ਉਹਦੇ ਬਾਰੇ ਕੋਈ ਸਾਨੂੰ ਥੋੜਾ ਜਿਹਾ। ਅਲਹਮਦੁਲਿਲਾ ਜੀ, ਬਹੁਤ ਸੋਹਣੀ ਗੱਲ ਕੀਤੀ ਤੁਹਾਨੂੰ, ਕਿਉਂਕਿ ਇਨਸਾਨ ਨੂੰ ਅੱਲਾਹ ਸੁਬਹਾਨਾ ਤਾਲਾ ਨੇ ਜਿਹੜਾ ਪੈਦਾ ਕੀਤਾ ਨਾ ਜੀ, ਰੱਬ ਸੋਹਣੇ ਨੇ, ਉਹ ਬਹੁਤ ਹੀ ਚੰਗੇ ਤੇ ਕਹਿੰਦਾ ਨਾ ਬਤੀਨੀ ਵ ਜ਼ੈਤੂਨੀ ਵ ਤੂਰ ਸੀਨੀਨ ਵ ਹਾਜ਼ਲ ਬਲਾਦਿਲ ਅਮੀਨ ਲਕਦ ਖਲਕਨਲ ਇਨਸਾਨ ਫੀ ਅਹਸਨ ਤਕਵੀਮ, ਕਿ ਮੈਂ ਇਹਨੂੰ ਬਹੁਤ ਹੀ ਸਿਆਣੇ ਤਰੀਕੇ ਨਾਲ ਬਣਾਇਆ। ਲੇਕਿਨ ਗੱਲ ਹੈ ਕਿ ਬੰਦਾ ਜਿਹੜਾ ਨਾ ਜੀ ਇਸ ਦੁਨੀਆ ਦੇ ਵਿੱਚ ਰਹਿ ਕੇ ਤੇ ਕਰਪਟ ਹੋ ਜਾਂਦਾ ਕਿਸੇ ਤਰੀਕੇ ਨਾਲ, ਉਹ ਪੋਜ਼ਿਟਿਵ ਤੋਂ ਨੈਗੇਟਿਵ ਦੀ ਤਰਫ ਚਲਾ ਜਾਂਦਾ ਕਿਸੇ ਤਰੀਕੇ ਦੇ ਨਾਲ, ਜਦ ਕਿ ਉਹਨੂੰ ਅੱਲਾਹ ਸੁਬਹਾਨਾ ਤਾਲਾ ਨੇ ਬਣਾਇਆ ਜਿਹੜਾ ਨਾ ਜੀ, ਉਹ ਪੋਜ਼ਿਟਿਵ ਬਣਾਇਆ। ਜਦੋਂ ਕਿਸੇ ਵੀ ਤਰੀਕੇ ਨਾਲ ਉਹ ਨੈਗੇਟਿਵ ਹੋ ਜਾਂਦਾ ਫਰਜ਼ ਕਰੋ, ਤੇ ਉਹਨੂੰ ਕਿਸ ਤਰ੍ਹਾਂ ਲੈ ਕੇ ਆਣਾ ਦੁਬਾਰਾ, ਆਸਾਨ ਜਿਹਾ ਤਰੀਕਾ ਹੈ ਕਿ ਦੁਬਾਰਾ ਤੁਸੀਂ ਜਿਹੜਾ ਜੀ ਉਹ ਮਸੱਲਾ ਵਿਛਾਓ ਤੇ ਤੁਸੀਂ 2 ਰਕਾਤਾਂ ਨਮਾਜ਼ ਨਹੀਂ, ਤਾਂ ਤੁਸੀਂ ਜਿਹੜਾ ਜੀ ਉਹ ਆਪਣਾ ਹੋ ਜਾਂਦੇ ਹੋ, ਪੋਜ਼ਿਟਿਵ ਹੋ ਜਾਂਦੇ। ਸਰ ਇਹਦੇ 'ਚ ਨਾ ਬੜੀ ਖੂਬਸੂਰਤ ਗੱਲ ਜਿਹੜੀ ਹਜ਼ਰਤ ਦਾਤਾ ਅਲੀ ਜਵੇਰੀ ਰਹਿਮਤੁल्लाह अलैह ਆਪਣੀ ਕਿਤਾਬ ਜਿਹੜੀ ਕਸ਼ਫੁਲ ਮਾਜੂਬ 'ਚ ਫਰਮਾਉਂਦੇ ਨੇ, ਉਹ ਕਹਿੰਦੇ ਨੇ ਕਿ ਇਹਨੂੰ ਮਾਰਨਾ ਨਹੀਂ ਹੈ ਨਫਸ ਨੂੰ। ਅੱਛਾ। ਅਸੀਂ ਬਹੁਤ ਸਾਰੀ ਗੱਲਾਂ 'ਚ ਜਦੋਂ ਪੜ੍ਹਦੇ ਹਾਂ ਸੂਫੀਆ ਦੇ ਕੋਲ, ਕਿਉਂਕਿ ਜਿਹੜੇ ਹਿੰਦੂਇਜ਼ਮ ਹੈ ਜਾਂ ਬੁੱਧਿਜ਼ਮ ਹੈ ਜਾਂ ਜ਼ੋਰਾਇਜ਼ਮ ਹੈ ਉਹਦੇ 'ਚ ਤਾਂ ਮਾਰਦੇ ਸਨ, ਲੇਕਿਨ ਸਾਨੂੰ ਕਿਹਾ ਗਿਆ ਤੁਸੀਂ ਮਾਰਨਾ ਨਹੀਂ ਹੈ, ਇਹਨੂੰ ਤੁਸੀਂ ਆਪਣੇ ਮੁਤਾਬਿਕ ਕਰਨਾ ਹੈ। ਜਿਸ ਤਰ੍ਹਾਂ ਰਸੂਲ ਸੱਲੱਲਾਹੁ ਅਲੈहि ਵਸੱਲਮ ਨੂੰ ਕਿਹਾ ਗਿਆ ਸੀ ਨਾ ਕਿ ਉਹਨਾਂ ਨੇ ਕਿਹਾ ਸੀ ਕਿ ਹਰ ਬੰਦੇ ਦੇ ਨਾਲ ਇੱਕ ਸ਼ੈਤਾਨ ਨੇ, ਤਾਂ ਆਪਨੇ ਫਰਮਾਇਆ ਸੀ, ਕਿਸੇ ਨੇ ਫਰਮਾਇਆ ਕਿ ਜੀ ਤੁਹਾਡੇ ਨਾਲ ਵੀ, ਉਹਨੇ ਕਿਹਾ ਜੀ ਮੈਂ ਉਹਨੂੰ ਮੁਸਲਮਾਨ ਕਰ ਲਿਆ। ਅੱਛਾ। ਬਸ ਬੇਸਿਕਲੀ ਜਿਹੜਾ ਤੁਹਾਡੇ ਅੰਦਰ ਮੌਜੂਦ ਹੈ ਨਾ, ਉਹਨੂੰ ਜਿਹੜਾ ਨੈਗੇਟਿਵ ਤੁਹਾਨੂੰ ਕਰਦਾ ਹੈ, ਉਹਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਇਸ ਕਾਬਿਲ ਕਰੋ ਕਿ ਤੁਸੀਂ ਆਪਣੇ ਮੁਤਾਬਿਕ ਢਾਲ ਲਓ। ਜਿਵੇਂ ਚਾਕੂ ਪਿਆ ਨਾ ਸਾਡੇ ਆਪਣਾ ਕਿਚਨ ਦੇ ਅੰਦਰ, ਤੇ ਚਾਕੂ ਨੂੰ ਅਸੀਂ ਆਪਣੇ ਮੁਤਾਬਕ ਕਰ ਲੈਂਦੇ ਹਾਂ ਵੀ ਤੁਸੀਂ ਸਬਜ਼ੀ ਕੱਟਣੀ ਕਿ ਬੰਦੇ ਦਾ ਗਲਾ ਕੱਟਣਾ? ਬੰਦੇ ਦਾ ਗਲਾ ਕੱਟਣਾ। ਬਹੁਤ। ਇਹ ਦੱਸੋ ਡਾਕਟਰ ਸਾਹਿਬ ਕਿ ਮੋਟੀਵੇਸ਼ਨ ਕੀ ਚੀਜ਼ ਹੈ? ਅਸਲ 'ਚ ਨਾ ਇਨਸਾਨ ਨੂੰ ਨਾ ਰੱਬ ਨੇ ਇਸ ਤਰ੍ਹਾਂ ਬਣਾਇਆ ਕਿ ਉਹ ਜਜ਼ਬਾਤ ਵੀ ਨੇ, ਉਹਦੀ ਰੂਹ ਵੀ ਹੈ, ਉਹਦਾ ਜਿਸਮ ਵੀ ਹੈ, ਤੇ ਉਹਦਾ ਮਾਈਂਡ ਵੀ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਜਦੋਂ ਇਨਸਾਨ ਨੂੰ ਮਾਯੂਸੀ ਆ ਜਾਂਦੀ ਕਿਸੇ ਤਰੀਕੇ ਨਾਲ, ਉਹਦਾ ਕੰਮ ਨਹੀਂ ਚੱਲ ਰਿਹਾ, ਉਹਨੂੰ ਕਿਤੇ ਰੋਜ਼ਗਾਰ ਨਹੀਂ ਮਿਲ ਰਿਹਾ, ਉਹਦੀ ਜ਼ਿੰਦਗੀ 'ਚ ਉਸ ਤਰ੍ਹਾਂ ਨਹੀਂ ਕੰਮ। ਮੈਂ ਕਿਸੇ ਨੇ ਪੁੱਛਿਆ ਸੀ ਇੱਕ ਦਫਾ ਬਾਨੋ ਆਪਾ ਨੂੰ, ਕਿ ਮੈਂ ਕਿਹਾ ਮੇਰੀ ਉਹ ਉਸਤਾਦ ਸਨ, ਮੈਂ ਕਿਹਾ ਬਾਨੋ ਆਪਾ ਕਿ ਇੱਥੇ ਵੀ ਕੋਈ ਦੋਜ਼ਖ ਹੈਗੀ ਕਿ ਉੱਤੇ ਦੋਜ਼ਖ ਹੈ, ਇਹ ਕਿਸ ਤਰ੍ਹਾਂ ਹੈ? ਉਹਨੇ ਕਿਹਾ ਜਿੱਥੇ ਵੀ ਇਨਸਾਨ ਦੀ ਵਿਲ ਐਕਸਰਸਾਈਜ਼ ਨਹੀਂ ਹੋ ਰਹੀ ਉਹ ਦੋਜ਼ਖ ਹੈ, ਚਾਹੇ ਉਹ ਇੱਥੇ ਹੈ ਚਾਹੇ ਉਹ ਉੱਤੇ ਹੈ। ਇਸੇ ਤਰੀਕੇ ਨਾਲ ਜਦੋਂ ਮਾਯੂਸ ਹੋ ਜਾਂਦਾ ਕੋਈ ਬੰਦਾ ਤੇ ਉਹਨੂੰ ਥਾਪੜਾ ਮਾਰਨਾ, ਅੱਛਾ ਅੱਛਾ ਅੱਛਾ, ਇਹ ਮੋਟੀਵੇਸ਼ਨ ਹੈ ਕਿ ਉਹ ਵਾਸੀ ਹੈ ਸੁਖ ਮੰਦਰ ਦਾ ਜਿਹਨੇ ਖੋਜਿਆ ਆਪਣੇ ਅੰਦਰ ਦਾ। ਉੱਥੇ ਲੋਕਾਂ ਨੂੰ ਦੱਸਣਾ ਵਾ ਕਿ ਅਸੀਂ ਸੋਚਣਾ ਕਿਸ ਤਰ੍ਹਾਂ। ਬੇਸਿਕਲੀ ਤੇ ਸਾਨੂੰ ਸਭ ਤੋਂ ਵੱਡਾ ਪ੍ਰੋਬਲਮ ਹੈ ਕਿ ਅਸੀਂ ਉਹ ਸੋਚ ਰਹੇ ਹਾਂ ਜਿਹੜਾ ਮੇਰਾ ਪਿਓ ਸੋਚਦਾ ਸੀ, ਮੇਰਾ ਪਿਓ ਕੀ ਸੋਚਦਾ ਸੀ, ਜਿਹੜਾ ਮੇਰਾ ਦਾਦਾ ਸੋਚਦਾ ਸੀ, ਅਸੀਂ ਨਵਾਂ ਨਹੀਂ ਸੋਚਦੇ। ਬਿਲਕੁਲ। ਇਹਦੇ ਤੇ ਐਡਵਰਟ ਬੋਨੋ ਨੇ ਬੜਾ ਕੰਮ ਕੀਤਾ ਕਿ ਨਵਾਂ ਕਿਵੇਂ ਸੋਚਣਾ। 72% ਤੋਂ ਲੈ ਕੇ ਤੇ 86% ਬੰਦਾ ਪਾਣੀ ਦਾ ਬਣਿਆ। ਇਹ ਜਿੱਥੇ ਵੀ ਰੁਕ ਜਾਏਗਾ ਉੱਥੇ ਸੜਾਂਤ ਪੈਦਾ ਹੋ ਜਾਏਗੀ, ਉੱਥੇ ਬਦਬੂ ਆ ਜਾਏਗੀ। ਤਾਂ ਬਿਹਤਰ ਹੈ ਕਿ ਇਨਸਾਨ ਨੂੰ ਜਿਹੜਾ ਨਾ ਜੀ ਅੱਗੇ ਵਧਣਾ ਚਾਹੀਦਾ ਹੈ, ਉਹਨੂੰ ਕਿਤੇ ਰੁਕਣਾ ਨਹੀਂ ਚਾਹੀਦਾ। ਇਨਸਾਨ ਦੀ ਖੂਬੀ ਹੈ ਕਿ ਸਾਡੇ ਜਿੰਨੀ ਇੱਥੇ ਇਸ ਵੇਲੇ ਯੂਨੀਵਰਸਿਟੀਆਂ 'ਚ ਪੜ੍ਹਾਇਆ ਜਾਂਦਾ ਹੈ ਇਹ ਮੈਮਰੀ ਬੇਸਡ ਹੈ, ਯਾਨੀ ਸਾਡੀ ਯਾਦਦਾਸ਼ਤ ਦੇ ਮੁਤਾਬਿਕ ਜਿਹੜਾ ਨਾ ਜਿਸ ਇਮਤਿਹਾਨ ਦਿੰਦੇ ਹਾਂ ਤਾਂ ਪੜ੍ਹਨੇ ਆ। ਜਦ ਕਿ ਪੂਰੀ ਦੁਨੀਆ 'ਤੇ ਜਿਹੜੀ ਪੜ੍ਹਾਇਆ ਜਾਂਦਾ ਨਾ, ਜਿੱਥੇ ਜਿੱਥੇ ਵੀ ਦੁਨੀਆ ਦਾ ਅੱਛਾ ਡਿਸਪਲਿਨ ਪੜ੍ਹਾਇਆ ਜਾਂਦਾ, ਉੱਥੇ ਪੜ੍ਹਾਇਆ ਜਾਂਦਾ ਇੱਕੋ ਚੀਜ਼, ਉਹ ਪੜ੍ਹਾਇਆ ਜਾਂਦਾ ਹੈ ਕਿ ਤੁਸੀਂ ਮੁਸ਼ਾਹਦਾ ਤੁਹਾਡਾ ਕੀ ਹੈ। ਸਾਡਾ ਇੱਥੇ ਜਿੰਨੀ ਵੀ ਐਜੂਕੇਸ਼ਨ ਹੈ ਮੁਸ਼ਾਹਦਾ ਬੇਸਡ ਨਹੀਂ ਹੈਗੀ। ਹਾਂ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਹੈਗੀ ਕਿ ਮੈਂ ਅਸ਼ਫਾਕ ਸਾਹਿਬ ਦੇ ਬੇਟੇ ਕੋਲ ਇੱਕ ਦਿਨ ਪੁੱਛਿਆ, ਅਸੀਦ ਸਾਹਿਬ ਕੋਲੋਂ, ਮੈਂ ਕਿਹਾ ਜੀ ਖਾਨ ਸਾਹਿਬ ਸਾਨੂੰ ਇਹਨੇ ਗੱਲ ਦੱਸੋ ਕਿ ਬਾਬਾ ਜੀ ਦੀ ਕੋਈ ਬਹੁਤ ਵੱਡੀ ਖੂਬੀ ਅਗਰ ਇੱਕ ਲਫ਼ਜ਼ 'ਚ ਬਿਆਨ ਕਰੋ, ਤਾਂ ਉਹਨਾਂ ਨੇ ਫਰਮਾਇਆ ਕਿ ਲੰਗਰ। ਅੱਛਾ। ਕਿ ਉਹ ਲੰਗਰ ਦਾ ਬੜਾ ਇਤਮਾਮ ਕਰਦੇ ਸਨ, ਆਉਣ ਵਾਲੇ ਲੋਕਾਂ ਨੂੰ ਬਹੁਤ ਖਾਂਦੇ ਖਿਲਾਉਂਦੇ ਸਨ। ਦੂਸਰਾ ਸਾਡੀ ਡੋਮੈਸਟਿਕ ਵਿਜ਼ਡਮ ਹੈਗੀ ਹੈ। ਦੇਖੋ ਮੈਂ ਇੱਕ ਡੋਮੈਸਟਿਕ ਵਿਜ਼ਡਮ ਤੁਹਾਨੂੰ ਇੱਕ ਮਿਸਾਲ ਦਿੰਦਾ ਵਾਂ, ਉਹਦੇ ਨਾਲ ਗੱਲ ਸਮਝ ਆਏਗੀ ਕਿ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨੇ ਉਹ ਜੰਗੇ ਬਦਰ ਹੋਣ ਲੱਗੀ ਹੈ, ਜੰਗੇ ਬਦਰ, ਤੇ आपने ਕਿਹਾ ਬਈ ਇੱਕ ਜਿਹੜੇ ਸਾਹਬੀ ਸਨ ਨਾ ਉਹ ਇੱਕ ਬੰਦੇ ਨੂੰ ਮਾਰ ਰਹੇ ਸਨ। ਆਪਨੇ ਕਿਹਾ ਵੀ ਕਿਉਂ ਮਾਰ ਰਹੇ ਹੋ ਉਹਨੂੰ ਤੁਸੀਂ? ਉਹਨੇ ਕਿਹਾ ਜੀ ਅਸੀਂ ਤੁਹਾਡੀ ਵਿਜੀਲੈਂਸ ਹੈਗੀ, ਅਸੀਂ ਤੁਹਾਡੀ ਫੌਜ ਹੈਗੀ, ਅਸੀਂ ਉਹਨਾਂ ਕੋਲੋਂ ਪੁੱਛ ਰਹੇ ਹਾਂ ਕਿ ਭਾਈ ਤੁਹਾਡੇ ਬੰਦੇ ਦੀ ਤਾਦਾਦ ਕਿੰਨੀ ਹੈ, ਤੇ ਇਹ ਦੱਸ ਨਹੀਂ ਰਹੇ। ਤੇ ਆਪਨੇ ਫਰਮਾਇਆ ਕਿ ਬਈ ਇੱਧਰ ਲਿਆਓ ਇਹਨੂੰ। ਲਿਆਂਦਾ, ਕੋਲ ਬੁਲਾਇਆ, ਕੋਲ ਕਰਕੇ ਕਹਿਣ ਲੱਗੇ ਬਈ ਤੁਹਾਡੀ ਤਾਦਾਦ ਕਿੰਨੀ ਹੈ? ਉਹਨੇ ਕਿਹਾ ਜੀ ਮੈਨੂੰ ਨਹੀਂ ਪਤਾ, ਮੈਂ ਗਿਣਤੀ ਨਹੀਂ ਜਾਣਦਾ। ਅੱਛਾ, ਉਹਨੂੰ ਕਿਹਾ ਜੀ ਇੱਕ ਟਾਈਮ ਦੇ ਵਿੱਚ ਕਿੰਨੇ ਊਂਟ ਜ਼ਿਬਾ ਕਰਦੇ ਹੋ? ਉਹਨੇ ਕਿਹਾ ਜੀ ਕਦੇ ਅਸੀਂ 9 ਕਰਨੇ, ਕਦੇ 10। ਤਾਂ ਆਪਨੇ ਫਰਮਾਇਆ ਇਹਨਾਂ ਦੀ ਤਾਦਾਦ 950 ਹੈ, ਕਿਉਂਕਿ ਇੱਕ ਊਂਟ ਨੂੰ 100 ਬੰਦੇ ਖਾਂਦੇ ਨੇ। ਅੱਛਾ। ਇਹ ਵਿਜ਼ਡਮ ਹੈ ਸਾਡੀ ਡੋਮੈਸਟਿਕ ਵਿਜ਼ਡਮ
ਅੱਛਾ, ਜਿਹੜੀ ਡੋਮੈਸਟਿਕ ਵਿਜ਼ਡਮ ਹੁੰਦੀ ਹੈ ਉਹ ਜਿਹੜੀ ਹੈ ਉਹ ਆਮ ਵਿਜ਼ਡਮ ਤੋਂ ਅਲੱਗਾ ਹੁੰਦੀ ਹੈ। ਠੀਕ ਜਿਹੜੀ ਤੁਹਾਨੂੰ ਕਿਤਾਬਾਂ 'ਚ ਪੜ੍ਹਾਈ ਗਈ ਹੈ, ਜਿਹੜੀ ਰਟਾਈ ਗਈ ਹੈ, ਇਹ ਵਿਜ਼ਡਮ ਨਹੀਂ ਹੈਗੀ। ਇਹ ਤਾਂ ਇੱਕ ਇਲਮ ਹੈ ਜਿਹੜਾ ਮੈਮਰੀ ਬੇਸਡ ਹੈਗਾ। ਜਿਹੜਾ ਇਨਸਾਨ ਜਿਹੜਾ ਦੇਖੋ, ਇੱਕ ਮਿਸਾਲ ਤੁਹਾਨੂੰ ਬੜੀ ਖੂਬਸੂਰਤ ਤੁਹਾਡੀ ਮਿਸਾਲ ਹੈ ਕਿ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਮੱਕੇ 'ਚ ਪੈਦਾ ਹੁੰਦੇ ਨੇ, ਯਾਨੀ ਇੱਕ ਸਿਵਿਕ ਲਾਈਫ ਗੁਜ਼ਾਰ ਰਹੇ ਨੇ, ਲੇਕਿਨ ਹਲੀਮਾ ਸਾਦੀਆ ਆਪ ਨੂੰ ਉਹ ਲੈ ਜਾਂਦੀ ਉੱਥੇ ਪਿੰਡ 'ਚ। ਕਿਉਂ? ਕਿ ਇਕਬਾਲ ਨੇ ਦੀਵਾਰ 'ਚ ਬੜਾ ਖੂਬਸੂਰਤ ਕਿਹਾ ਹੈ कि फितरत के मकासद की करता है निगहबानी, या बंदा सहराई या मर्दे कोस्तानी। तो ਜਿਹੜੇ ਅਸ਼ਫਾਕ ਸਾਹਿਬ ਸਨ ਇਹ ਵਿਜ਼ਡਮ ਦੇ ਬੰਦੇ ਨੇ। ਬਾਨੋ ਆਪਾ ਤੋਂ ਮੈਂ ਇੱਕ ਦਫਾ ਪੁੱਛ ਲਈ ਗੱਲ, ਮੈਂ ਕਿ ਬਾਨੋ ਆਪਾ ਮੈਨੂੰ ਗੱਲ ਦੱਸੋ ਕਿ ਸਾਨੂੰ ਰੱਬ ਨਾਲ ਪਿਆਰ ਕਰਨਾ ਚਾਹੀਦਾ ਜਾਂ ਇਸ਼ਕ ਕਰਨਾ ਚਾਹੀਦਾ? ਅੱਛਾ, ਆਪ ਫਰਮਾਨ ਲੱਗੇ ਕਿ ਬੜੇ ਖੂਬਸੂਰਤ ਅੱਲਾਹ ਤਾਲਾ ਉਹਨਾਂ ਨੂੰ ਵੱਡੀ ਥਾਂ ਦੇਵੇ। ਆਪ ਫਰਮਾਨ ਲੱਗੇ ਕਿ ਰੱਬ ਨਾਲ ਅਸੀਂ ਨਾ ਅਸਲਮ ਪਿਆਰ ਕਰੀਏ, ਇਸ਼ਕ ਨਾ ਕਰੀਏ। ਮੈਂ ਕਿਹਾ ਪਿਓਰ ਇਸ਼ਕ ਕਿਉਂ ਨਾ ਕਰੀਏ? ਕਹਿੰਦੀ ਫਿਰ ਆਪਣੇ ਪੁੱਤਰ ਆਦਿਲ ਨੂੰ ਮਿਨਾਹ ਦੇ ਮੁਕਾਮ ਤੇ ਲਿਜਾ ਕੇ ਛੁਰੀ ਚਲਾ ਲੈਂਗਾ। ਹਾਏ ਹਾਏ ਹਾਏ, ਵਾਹ ਵਾਹ। ਹਜ਼ਰਤ ਇਬਰਾਹੀਮ ਤੇ ਹਜ਼ਰਤ ਇਸਮਾਈਲ ਦਾ ਵਾਕਿਆ। ਮੈਂ ਕਿਹਾ ਨਹੀਂ ਮਾਂ, ਮੇਰੇ ਕੋਲ ਨਹੀਂ ਹੋਣਾ। ਤੇ ਕਹਿੰਦੀ ਫਿਰ ਆਪਾਂ ਬੰਦੇ ਹੈਗੇ ਆ, ਦੁਨੀਆਦਾਰ ਹੈਗੇ ਆ ਇੱਥੇ, ਤੇ ਆਪਾਂ ਬਿਹਤਰ ਹੈ ਕਿ ਅਸੀਂ ਸਿਰਫ ਔਰ ਸਿਰਫ ਜਿਹੜਾ ਨਾ ਰੱਬ ਨਾਲ ਪਿਆਰ ਕਰੀਏ, ਇਸ਼ਕ ਨਾ ਕਰੀਏ। ਤਸੱਵੁਫ ਕਰਦਾ ਕੀ ਹੈ? ਅਸਲ 'ਚ ਬੁਨਿਆਦੀ ਤੌਰ ਤੇ ਇਨਸਾਨ ਦੇ ਅੰਦਰ ਜਿਹੜਾ ਨਫਸ ਹੈ ਨਾ ਜੀ, ਉਹਦੀਆਂ ਹਾਲਤਾਂ ਨੇ। ਨਫਸੇ ਅਮਾਰਾ ਹੈ, ਨਫਸੇ ਲੁਆਮਾ ਹੈ ਤੇ ਨਫਸੇ ਮੁਤਮਈਨਾ ਹੈ। ਤੇ ਵੈਸੇ ਤੇ ਬਹੁਤ ਸਾਰੀਆਂ ਹੋਰ ਵੀ ਨੇ। ਨਫਸੇ ਮੁਲਹਿਮਾ ਹੈ, ਇਨਸਾਨ ਦੇ ਉੱਤੇ, ਇਨਸਾਨ ਦੇ ਨਫਸ ਦੇ ਉੱਤੇ ਇਲਹਾਮ ਵੀ ਹੁੰਦਾ ਹੈ। ਔਰ ਜਿਸ ਤਰ੍ਹਾਂ ਸਾਡੇ ਬਹੁਤ ਸਾਰੇ ਗੁਣੀ ਲੋਕ ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰ ਰਹੇ ਸੀ ਪਹਿਲੇ ਵੀ, ਤੇ ਕਰਦੇ ਰਹਿੰਦੇ ਹੋ ਸਾਡੇ ਨਾਲ ਵੈਸੇ ਵੀ। ਤੇ ਇਹ ਜਿਹੜੇ ਨਫਸ ਨੇ ਸਾਡੇ ਅੰਦਰ, ਜਿਹੜੀਆਂ ਹਾਲਤਾਂ ਨੇ, ਮਸਲਨ ਫਰਜ਼ ਕਰੋ ਅਸੀਂ ਕਿਸੇ ਨੇ ਜ਼ਿਆਦਤੀ ਕੀਤੀ ਹੈ ਤਾਂ ਨਫਸੇ ਅਮਾਰਾ ਸਾਨੂੰ ਜ਼ਿਆਦਤੀ ਕਰਾਉਂਦਾ, ਜਿਹੜਾ ਝੂਠਾ ਨਫਸ ਸਾਡਾ। ਔਰ ਉਸ ਤੋਂ ਬਾਅਦ ਰਾਤ ਨੂੰ ਅਸੀਂ ਸੁੱਤੇ ਪਿਆ ਜਾਂ ਥੋੜੀ ਦੇਰ ਤੋਂ ਬਾਅਦ ਸਾਡੇ ਅੰਦਰ ਆਉਂਦਾ, ਉਹ ਮੈਂ ਤਾਂ ਯਾਰ ਜ਼ੁਲਮ ਕੀਤਾ, ਮੈਨੂੰ ਇਤਨਾ ਸ਼ਰਮਿੰਦਗੀ ਹੁੰਦੀ ਹੈ, ਸ਼ਰਮਿੰਦਗੀ ਦਾ ਅਹਿਸਾਸ। ਇਹ ਨਫਸੇ ਲੁਆਮਾ ਹੈ। ਔਰ ਨਫਸੇ ਮੁਤਮਈਨਾ ਕੀ ਹੈ ਕਿ ਜਦੋਂ ਤੁਸੀਂ ਉਸ ਬੰਦੇ ਨਾਲ ਜ਼ਿਆਦਤੀ ਕੀਤੀ, ਮਾਫੀ ਮੰਗ ਲਈ ਹੈ, ਜਾਂ ਉਹਦੇ ਕੋਲ ਕੋਈ ਘਾਟਾ ਵਾਧਾ ਕੀਤਾ ਤਾਂ ਉਹਨੂੰ ਵਾਪਸ ਕਰਤੇ ਪੈਸੇ, ਤੇ ਉਹ ਫਿਰ ਤੁਹਾਡਾ ਨਫਸ ਮੁਤਮਈਨ ਹੋ ਜਾਂਦਾ ਹੈ। ਤੇ ਜਿੰਨੇ ਅੱਲਾਹ ਤਾਲਾ ਕੁਰਾਨ ਮਜੀਦ 'ਚ ਫਰਮਾਂਦਾ ਹੈ ਕਿ ਜੰਨਤ 'ਚ ਜਾਣ ਵਾਲੇ ਸਾਰੇ ਨਫਸੇ ਮੁਤਮਈਨਾ ਦੇ ਲੋਕ ਹੋਣਗੇ। ਅੱਛਾ, ਨਫਸੇ ਮੁਤਮਈਨਾ ਤੋਂ ਬਗੈਰ ਤੁਸੀਂ ਜਾ ਨਹੀਂ ਸਕਦੇ। ਤੇ ਨਫਸੇ ਮੁਤਮਈਨਾ ਨੂੰ ਪਾ ਲੈਣਾ, ਜਿਸ ਤਰ੍ਹਾਂ ਹਜ਼ਰਤ ਬਾਹੂ ਫਰਮਾਉਂਦੇ ਨੇ ਕਿ ਸੂਰਤ ਨਫਸ ਅਮਾਰਾ ਦੀ ਜਿਵੇਂ ਗੁੱਲਰ ਕਾਲਾ ਹੋ, ਭੌਂਕੇ ਚੌਂਕੇ ਲਹੂ ਪੀਵੇ, ਮੰਗੇ ਚਰਬ ਨਵਾਲਾ ਹੋ, ਤੇ ਖੱਬੇ ਪਾਸੇ ਨਾਲ ਦਿਲ ਦੇ ਇਹਦਾ ਰਹਿਣ ਬਸੇਰਾ ਹੋ। ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਰੱਬ ਹੀ ਕਰ ਸੀ ਟਾਲਾ ਹੋ। ਜਿਹੜਾ ਨਫਸੇ ਅਮਾਰਾ ਹੈ ਇਹ ਤੁਹਾਨੂੰ ਜ਼ਿਆਦਤੀ ਕਰਾਉਂਦਾ ਤੁਹਾਡੇ ਕੋਲੋਂ। ਉਸ ਲਿਹਾਜ਼ ਦੇ ਨਾਲ ਜਿਹੜਾ ਇਨਸਾਨ ਹੈ ਇਹ ਸਾਰੇ ਨਫੂਸ ਨੂੰ ਜਾਣ ਕੇ ਤੇ ਫਿਰ ਆਸਤਾ ਆਸਤਾ ਰੱਬ ਤਾਲਾ ਦੀ ਤਰਫ ਰਜੂ ਕਰਦਾ ਹੈ। ਇਹਨੂੰ ਤਸੱਵੁਫ ਕਹਿੰਦੇ ਕਿਉਂ ਵੀ ਸੂਫੀਆ ਦਾ ਜਿਹੜਾ ਕਿਰਦਾਰ ਸੀ ਉਹ ਇਨਸਾਨਾਂ ਨੂੰ ਜੋੜਨ ਵਾਲਾ ਸੀ, ਠੀਕ ਹੈ ਨਾ। ਉਹ ਕਿਹੜੇ ਨਫਸ ਦੀ ਤੁਸੀਂ ਗੱਲ ਕਰ ਰਹੇ ਹੋ? ਅਸਲ 'ਚ ਜਿਹੜੇ ਸਾਡੇ ਇੱਥੇ ਜਿਹੜੇ ਫਾਤਿਹੀਨ ਆਉਂਦੇ ਰਹੇ ਨੇ, ਜਿਨ੍ਹਾਂ ਨੇ ਬਰਸਗੀਰ ਨੂੰ ਫਤਹ ਕੀਤਾ ਹੈ, ਜਿਨ੍ਹਾਂ 'ਚ ਖਿਲਦੀ ਖਾਨਦਾਨ ਨੇ, ਗੁਲਾਮਾ ਖਾਨਦਾਨ ਨੇ, ਔਰ ਇਸ ਤਰ੍ਹਾਂ ਬੇਸ਼ੁਮਾਰ ਨੇ, ਮੁਗਲ ਹੈਗੇ ਨੇ। ਅੱਛਾ, ਇਹਨਾਂ ਦੀ ਵਜ੍ਹਾ ਨਾਲ, ਕਿਉਂਕਿ ਇਹਨਾਂ ਕੋਲ ਤਲਵਾਰ ਹੁੰਦੀ ਸੀ, ਤਲਵਾਰ ਨਾਲ ਇਸਲਾਮ ਨਹੀਂ ਫੈਲਦਾ। ਅੱਛਾ, ਕਿਉਂਕਿ ਉਹ ਲੋਕਾਂ ਦੇ ਨਾਲ ਮੁਹੱਬਤ ਔਰ ਖਲੂਸ ਦੇਣਾ ਪੈਂਦਾ ਸੀ। ਫਿਰ ਸੂਫੀਆ ਆਉਂਦੇ ਸਨ ਪਿੱਛੋਂ, ਅੱਛਾ, ਉਹ ਆ ਕਰਕੇ ਉਹਨਾਂ ਲੋਕਾਂ ਨੂੰ ਇਸਲਾਮ ਦੀ ਦਾਵਤ ਦਿੰਦੇ ਸਨ ਔਰ ਉਹਨਾਂ ਨੂੰ ਮੁਸਲਮਾਨ ਕਰਦੇ ਸੀ। ਜਦੋਂ ਮੁਸਲਮਾਨ ਕਰਦੇ ਸੀ ਤਾਂ ਫਿਰ ਇਸਲਾਮ ਸਿਖਾਉਂਦੇ ਸਨ। ਇਸਲਾਮ ਕਿਸ ਤਰ੍ਹਾਂ ਸਿਖਾਉਂਦੇ ਸੀ ਕਿ ਪਹਿਲੇ ਉਸ ਬੰਦੇ ਦੀ ਰੋਟੀ ਦਾ ਇੰਤਜ਼ਾਮ ਕਰਨਾ, ਲੰਗਰ ਦਾ, ਸਾਡਾ ਖਾਨਕਾਈ ਸਿਸਟਮ, ਲੰਗਰ ਦਾ ਸਾਡਾ ਖਾਨਕਾਈ ਸਿਸਟਮ ਹੈ। ਤੁਸੀਂ ਅੱਜ ਰਾਈਜ਼ ਕਰ ਦਿਓ, ਤੁਹਾਨੂੰ ਕਿਸੇ ਸਾਈਕੋਲੋਜਿਸਟ ਦੀ ਜ਼ਰੂਰਤ ਨਹੀਂ, ਸਾਈਕੈਟਰਿਸਟ ਦੀ ਜ਼ਰੂਰਤ ਨਹੀਂਗਾ। ਜਿਹੜਾ ਉਹ ਬੰਦਾ ਬੈਠਾ ਹੈ, ਕਿਉਂਕਿ ਉਹਨੂੰ ਰੋਟੀ ਦੀ ਲੋੜ ਹੈ ਸਭ ਤੋਂ ਪਹਿਲੇ, ਫਿਰ ਉਹਨੂੰ ਇਲਮ ਦੀ ਲੋੜ ਹੈ, ਫਿਰ ਉਹਨੂੰ ਇੱਜ਼ਤ ਦਿੱਤੀ ਜਾਂਦੀ ਹੈ, ਫਿਰ ਉਹਨੂੰ ਮਜ਼ਹਬ ਸਿਖਾਇਆ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਖਾਨਕਾਈ ਸਿਸਟਮ ਦੇ ਵਿੱਚ ਮੌਜੂਦ ਸਨ, ਜਿਹੜੀਆਂ ਕਿ ਇਸ ਵੇਲੇ ਨਹੀਂ ਨਜ਼ਰ ਆਉਂਦੀਆਂ, ਕਿਤੇ ਕਿਤੇ ਹੈ ਵੀ ਨੇ। ਜਿੰਨੇ ਵੀ ਦਸਤਰਖਾਨ ਲੱਗੇ ਹੋਏ ਨੇ, ਮੈਂ ਨਾਮ ਨਹੀਂ ਲੈਣਾ ਚਾਹੂੰਗਾ ਕਿਉਂਕਿ ਉਹ ਤਾਂ ਫਿਰ ਇੱਕ ਮਸ਼ਹੂਰੀ ਹੋ ਜਾਏਗੀ। ਹਾਂਜੀ ਹਾਂਜੀ ਹਾਂਜੀ। ਲੇਕਿਨ ਇਹ ਹੈ ਕਿ ਜਿੰਨੇ ਲੋਕ ਵੀ ਅੱਲਾ ਦੀ ਮਖਲੂਕ ਵਾਸਤੇ ਕੰਮ ਕਰਦੇ ਨੇ, ਦੇਖੋ ਮੈਂ ਇੱਕ ਬੜੀ ਸੋਹਣੀ ਗੱਲ ਦੇਖੀ ਟੀਵੀ ਦੇ ਉੱਤੇ, ਇੱਕ ਪ੍ਰੋਗਰਾਮ ਲੱਗਾ ਸੀ, ਤਾਂ ਉਹਦੇ ਦਸਤਰਖਾਨ ਤੋਂ ਨੇ ਕਿਹਾ ਜਿਹੜੇ ਬਚ ਜਾਂਦੇ ਨੇ ਮੇਰੇ ਬੱਚੇ, ਉਹ ਪੈਸੇ ਜਿਹੜੇ ਮੇਰੇ ਬਚ ਜਾਂਦੇ ਨੇ, ਮੈਂ ਮਜ਼ਦੂਰੀ ਕਰਨਾ ਵਾ, ਕਿਤੇ ਕਿਸੇ ਦਿਹਾੜੀ ਕਰਨਾ ਵਾ, ਲੇਕਿਨ ਮੈਂ ਜਦੋਂ ਆ ਕੇ ਦਸਤਰਖਾਨ 'ਤੇ ਰੋਟੀ ਖਾ ਲੈਣਾ ਵਾ ਤੇ ਮੇਰੇ ਕੁਝ ਪੈਸੇ ਬਚ ਜਾਂਦੇ ਨੇ, ਤੇ ਮੈਂ ਉਹਦਾ ਦੁੱਧ ਖਰੀਦ ਕੇ ਆਪਣੇ ਬੱਚਿਆਂ ਨੂੰ ਦੇ ਦਿੰਦਾ। ਹਾਂ, ਇੱਕ ਚੀਜ਼ ਬੜੀ ਅਹਿਮ ਹੈ। ਜਦੋਂ ਮੈਂ ਇੱਕ ਛੋਟੀ ਜਿਹੀ ਮਿਸਾਲ ਦੇਣ ਲੱਗਾ ਸਰ, ਕਿ ਲਾਹੌਰ ਦੇ ਇੱਕ ਦਸਤਰਖਾਨ 'ਤੇ ਮੈਂ ਚਲਾ ਗਿਆ, ਮੈਨੂੰ ਪਹਿਲੇ ਦਿਨ ਪਤਾ ਲੱਗਿਆ ਕਿ ਦਸਤਰਖਾਨ ਲੱਗਾ। ਮੈਂ ਗਿਆ ਜਾ ਕੇ ਤੇ ਬੜੇ ਖੂਬਸੂਰਤ ਤਰੀਕੇ ਨਾਲ ਉਹਨਾਂ ਨੂੰ ਖਾਣਾ ਦਿੱਤਾ ਗਿਆ, ਬਿਠਾ ਕਰਕੇ ਉਹਨਾਂ ਨੂੰ ਰਾਇਤਾ ਤੇ ਚਾਵਲ ਤੇ ਸਾਰੀਆਂ ਚੀਜ਼ਾਂ। ਅੱਛਾ, ਲੇਕਿਨ ਮੈਂ ਦੇਖਿਆ ਕਿ ਰੋਟੀ ਖਾ ਕੇ ਤੇ ਬੰਦੇ ਫਿਰ ਬਾਹਰ ਬਹਿ ਗਏ। ਉਹ ਮੈਂ ਕਿਹਾ ਭਾਈ ਹੁਣ ਤੁਸੀਂ ਕਿਉਂ ਬੈਠੇ ਹੋਏ ਹੋ? ਉਹਨਾਂ ਨੇ ਕਿਹਾ ਜੀ ਅਸੀਂ ਸ਼ਾਮ ਦਾ ਨਹੀਂ ਖਾਣਾ। ਓਹੋ, ਮੈਂ ਕਿਹਾ ਦਸਤਰਖਾਨ ਤੇ ਲੋਕਾਂ ਦੀ ਮੈਂ ਮਾਰ ਦੇਗਾ। ਲੋਕਾਂ ਦੇ ਅੰਦਰ ਜਿਹੜਾ ਅੱਗੇ ਵਧਣ ਦੀ ਜਿਹੜੀ ਕੂਵਤ ਹੈ, ਜਿਹੜੀ ਰੱਬ ਨੇ ਰੱਖੀ ਤੁਹਾਡੇ ਅੰਦਰ, ਜਿਹੜੀ ਤੁਹਾਡੇ ਅੰਦਰ ਵਾਈਟਲ ਫੋਰਸ ਹੈ, ਜਿਹੜੀ ਇਲੈਕਟ੍ਰੋਮੈਗਨੈਟਿਕ ਫੋਰਸ ਤੁਹਾਡੇ ਅੰਦਰ ਰੱਖੀ ਹੋਈ ਹੈ, ਉਹ ਉਹਨਾਂ ਦੀ ਫੋਰਸ ਖਤਮ ਹੋ ਜਾਏਗੀ। ਹੋਇਆ ਫਿਰ ਕੀ
ਕਿ ਮੈਂ ਉਹਨਾਂ ਨੂੰ ਨਾ ਥੋੜੀ ਜਿਹੀ ਮੋਟੀਵੇਸ਼ਨ ਦੇਣੀ ਸ਼ੁਰੂ ਕੀਤੀ। ਮੈਂ ਕਿਹਾ ਨਹੀਂ ਹੁਣ ਤੁਸੀਂ ਜਾਓ, ਜਾ ਕੇ ਕੰਮ ਕਰੋ ਔਰ ਜਾ ਕਰਕੇ ਉਹਨਾਂ ਲੋਕਾਂ ਵਾਸਤੇ ਰਿਜ਼ਕ ਦਾ ਬੰਦੋਬਸਤ ਕਰੋ ਜਿਹੜੇ ਤੁਹਾਡੇ ਨਾਲ ਹੋਰ ਬੰਦੇ ਵਾਬਸਤਾ ਨੇ। ਤੇ ਮੈਂ ਸ਼ਾਮ ਨੂੰ ਜਦੋਂ ਵਾਪਸ ਆਇਆ ਤੇ ਇੱਕ ਪਠਾਨ ਨੇ ਮੈਨੂੰ ਫੋਨ ਕੀਤਾ, ਕਹਿਣ ਲੱਗੇ ਜੀ ਕਿ ਮੈਂ ਉੱਥੋਂ ਗਿਆ ਸੀਗਾ ਤੇ ਮੈਂ ਮਜ਼ਦੂਰੀ ਕੀਤੀ ਤੇ ਮੈਂ ਖਾਣਾ ਲੈ ਕੇ ਆਇਆ ਤੇ ਇੱਥੇ ਮੈਂ 5-7 ਬੰਦਿਆਂ ਨੂੰ ਖਾਣਾ ਮੈਂ ਇੱਕ ਕਿਤਾਬ ਲਿਖ ਰਿਹਾ ਜੀ ਹਾਲੇ, ਉਹ ਮੇਰੀ ਕਿਤਾਬ ਮਾਰਕੀਟ 'ਚ ਨਹੀਂ ਹੈਗੀ, ਮੈਨੂੰ 8 ਸਾਲ ਹੋ ਗਏ ਲਿਖਦੇ ਹੋਏ, ਔਰ ਉਹ ਕਿਤਾਬ ਦਾ ਨਾਮ ਹੈ ਜੀ ਸ਼ਊਰ ਜ਼ਾਤ। ਉਹ ਇਨਸ਼ਾਅੱਲਾ ਤੁਹਾਨੂੰ ਕੁਝ ਦਿਨਾਂ 'ਚ ਮਿਲ ਜਾਏਗੀ ਤੇ ਅਸੀਂ ਇਹਨਾਂ ਨੂੰ ਆਪਣੇ ਜਿਹੜੀ ਮੁਹੱਬਤ ਕਰਨ ਵਾਲੇ ਫਾਰੂਕ ਸਾਹਿਬ ਨੇ, ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਆਪਣੀ ਤੁਹਾਡੇ ਮੁਸ਼ਤਾਕ ਕਮਰ ਸਾਹਿਬ ਦੇ ਸਾਈਨਾਂ ਨਾਲ ਉਹਨੂੰ ਦਿਆਂਗੇ। ਬੜੀ ਮਿਹਰਬਾਨੀ ਸਰ। ਨਫਸੇ ਅਮਾਰਾ ਬੇਸਿਕਲੀ ਝੂਠਾ ਨਫਸ ਹੈ ਜਿਹੜਾ ਇਨਸਾਨ ਨੂੰ ਬੁਰਾਈ ਦੀ ਤਰਫ ਰਾਗਿਬ ਕਰਦਾ ਹੈ, ਜਿਹਦੇ ਵਿੱਚ ਸ਼ੈਤਾਨ ਮੌਜੂਦ ਹੈ। ਯਾਨੀ ਅਗਰ ਔਲੀਆ ਨੇ ਜਦੋਂ ਉਹਦੀ ਵੰਡ ਕੱਢੀ ਕਿ ਸ਼ੈਤਾਨ ਕਿੱਥੇ ਹੁੰਦਾ ਹੈ ਤਾਂ ਉਹਨਾਂ ਨੇ ਕਿਹਾ ਜੀ ਨਫਸੇ ਅਮਾਰਾ ਤੇ, ਔਰ ਰੱਬ ਕਿੱਥੇ ਹੁੰਦਾ ਹੈ तो साढ़े ज़मीर थे। इसलिए इकबाल ने कहा सी जब तक ना हो तेरे ज़मीर पे नज़ूल किताब गिरा कुशा है नाराज़ी न साहिब कशाफ, कि वड्डियां जड़ियां तफसीर दी किताबां तेरा कुछ नहीं बिगाड़ सकदियां जदों तक कि तेरे उत्ते कुरान ना उतरे। ये बड़ी अहम गल जी सूफिया भी फरमाते हैं अपनी बहुत अहम गल तो यही है कि साडा जेड़ा अज दा नौजवान है ना उन्होंने सवाल करने की इजाज़त नहीं हैगी। अच्छा, सवाल करता ही नहीं है। इलम हमेशा सवाल लांदा सी। रसूल सल्लल्लाहु अलैहि वसल्लम बैठे होंदे सी ते सहाबा रिजवानुल्लाह अजमईन जेड़े ने सवाल करते सन। हज़रत इमाम जाफर सादिक अलैहिस्सलाम दी मैं एक किताब है द सुपरमैन इन इस्लाम, अगर कोई पढ़ना चाहे तो मार्केट तो मिल जाएगी। वो 250 जेड़े ने गैर मुसलिमां ने हज़रत इमाम जाफर सादिक अलैहिस्सलाम ते तहकीक की है, उहदे च एक भी मुसलमान नहीं है। तो उन्होंने क्या है कि जेड़े साडे आइमा कराम बनते रहे ने उस सवाल नाल बनते रहे ने। इब्ने शाकिर सवाल नाल बनया, हज़रत जिन्ने भी साडे उस जमाने के जोड़े लोग सीगे वो सारे सवाल करके बनते सीगे। हुण सवाल नहीं हैगा इस वेले। दूसरी गल जी बड़ी अहम है वो है कि नौजवानों के विच इलम जिहड़ा ना वो रह गया सिर्फ रोटी कमाने वास्ते। वो इस वास्ते रह ही नहीं गया कि मैं रिकगनाइज करा किसी जगह पर, मेरी कोई आईडी हो, मेरी कोई पहचान हो, उस वास्ते तो काम ही नहीं कर रहा। वो सिर्फ ये कह रहा है मेरी रोटी पूरी हो जाए, तो रोटी सारी की सारी बंदोबस्त रब ने किया होंदा। लेकिन देखो ना वासिफ अली वासिफ कहता है कि पैसा जरूर चाहिए, लेकिन इंसान उस रिज़्क वास्ते उस वास्ते परेशान नहीं है जो खा के मरना है, परेशान उस रिज़्क वास्ते है जो छड़ के मरना है। है ना हर इंसान ने ना हर शायद उत्ते ना जड़ा जी बड़ी मेहनत की तो बड़ी ओदी इजादात ने तो बड़ा कुछ उन्हें किया है, लेकिन उन्हें ना अपनी ज़ात के उत्ते काम नहीं किया। अच्छा, वो काम होया ही नहीं उहदे कोलों। जिवें इकबाल कहंदा ना कि बड़ी उन्होंने खूबसूरत है कि दिले बीना भी कर खुदा से तलब, आँख का नूर दिल का नूर नहीं। कि यह जी कायनात के उत्ते असीं आए हाँ, असीं इत्थे जिंदगी गुजारनी है कि असीं जानवरां की तरह जिंदगी गुजार के तो नहीं जाना, असीं पशुओं की तरह तो मच्छियां की तरह जिंदगी नहीं गुजारना, ना डड्डुआं की तरह। असीं एक बहुत ही बड़ी जिम्मेदारी की जिंदगी गुजारनी है। ਉਹਦੇ अंदर अपने माइंड ਨੂੰ ਅਸੀਂ बेहतर तो बेहतर करना, ਉਹਦੇ वास्ते किताबां पढ़नियां ने, ਉਹਦੇ वास्ते तालीम हासिल करनी है, ਅਸੀਂ इलम हासिल करना है। और दूसरा उस तो बाद ਜਿਹੜਾ ਸਾਡੀ रूह है, रूह वास्ते ਅਸੀਂ कुरान पढ़ना है, अपने माँ बाप की खिदमत करनी है। उस तो बाद साढ़े अंदर ਜਿਹੜਾ नफ्स है, नफ्स के वास्ते ਅਸੀਂ औलिया अल्लाह के कोल जाना, उन्होंने कोल गल ਨੂੰ समझनी है। और इस तरीके ਨਾਲ ਸਾਡੇ ਕੋਲ ਜਿਹੜਾ ਨਾ ਜੀ ਸਾਡੇ अंदर नफ्स मौजूद हैगा। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਇਹ ਸਾਰੀਆਂ ਨੂੰ ਲੈ ਕੇ ਚੱਲਣਾ ਜਿਹੜਾ ਨਾ ਆਪਣੀ ਜ਼ਾਤ ਨੂੰ ਪਹਿਚਾਨਣਾ ਹੈਗਾ। और अगर तुसी अपनी ज़ात को ना पहचानिया तो तुसी डंगरां की तरह जिंदगी गुजार के मर जाओगे, तो रब नूं तो नहीं चाहिए। लाइफ कोच दा की मतलब है? लाइफ कोच का मतलब हुंदा है सर कि बासकात हुंदा है कि कुछ लोग जिहड़े ने फर्ज करो कि उन्हां दा दिल करदा कि मैं खुदकुशी कर ला, मैं मर जावां, मैनूं परेशानी तकलीफ आ गई। अच्छा, ते असीं उन्हां नूं जाके ना थापड़ा मारने आ। उन्हां कोल एक तरीका साडा हुंदा है कि उन्हां नूं असीं अंगेज करके ते असीं उन्हां दे जिहड़े माइंड दे मैप बने हुए ने, ਜਿਹੜਾ ਰੁਝਾਨ ਉਹਨਾਂ ਦਾ ਜ਼ਿਹਨ ਦਾ ਹੈਗਾ, ਅਸੀਂ ਉਹਨੂੰ ਬਦਲਨੇ ਆ, ਉਹਨਾਂ ਨਾਲ ਗੱਲਾਂ ਕਰਨੇ ਆ ਜਾ ਕੇ। ਉਹਨਾਂ ਨੂੰ ਕੁਝ ਇਲਮ ਸਾਡੇ ਕੋਲ ਹੁੰਦਾ ਹੈ ਇਸ ਟਾਈਪ ਦਾ ਕਿ ਅਸੀਂ ਉਹਨਾਂ ਨੂੰ ਇੱਕ ਖਾਸ ਜਿਹੜਾ ਨਾ ਜੋ ਉਹ ਇੱਕ ਖਾਸ ਜ਼ੁਮਰੇ 'ਚ ਕੱਢ ਕੇ ਤੇ ਦੂਸਰੀ ਸਾਈਡ ਤੇ ਲੈ ਕੇ ਜਾਂਦੇ ਆ, ਔਰ ਉਹ ਬੰਦੇ ਉਸ ਮਾਹੌਲ 'ਚ ਕੱਢ ਲੈਣੇ ਆ। ਉਸ ਮਾਹੌਲ 'ਚ ਕੱਢਦੇ ਨੇ, ਕਿਉਂਕਿ ਜਿਹੜੀ ਵੀ ਚੀਜ਼ ਨੂੰ ਐਡਿਕਟ ਕਰ ਲੈਂਦਾ ਨਾ ਬੰਦਾ, ਜਿਵੇਂ ਨਸ਼ਾ ਕਰਦਾ ਨਾ, ਇਸ ਤਰ੍ਹਾਂ ਸੋਚਣ ਦੀ ਇੱਕ ਐਡਿਕਸ਼ਨ ਹੋ ਜਾਂਦੀ ਬੰਦੇ ਨੂੰ। ਉਹਦੇ 'ਚ ਬੰਦਾ ਨੈਗੇਟਿਵ ਸੋਚ ਰਿਹਾ ਹੁੰਦਾ, ਉਹਦੇ 'ਚ ਫਿਰ ਉਸ ਨੂੰ ਉਹਦੇ 'ਚ ਕੱਢਣਾ ਹੁੰਦਾ। ਜਦੋਂ ਤੁਸੀਂ ਕੱਢ ਦਿੰਦੇ ਹੋ ਤੇ ਉਹ ਬੰਦਾ ਜਿਹੜਾ ਨਾ ਜੀ ਉਹ ਫਿਰ ਦੁਬਾਰਾ जी पैदा। इकबाल का एक शेर है कि दमे आरफ नसीमे सुब दम है, इसी से रेशाए मानी में नम है, कोई शुआब आए मैसर शबानी से कलीमी दो कदम है। फरमाते ने कि रोज़ भेडां चारदा सीगा, भेडां लैके जाते सी हज़रत मूसा अलैहिस्सलाम कोई तूर ते, लेकिन अज भेडां लैके नहीं गए क्योंकि उन्होंने जिंदगी से शुआब अलैहिस्सलाम आ गए। एक बंदे नूं हर बंदे नूं एक शुआब चाहिए होंदा है, एक उस्ताद चाहिए होंदा है, गुणी बंदा चाहिए होंदा है जिहदे कोल बह करके वो चीज़ां सीखे।
ਹੁਣ ਜਦੋਂ ਉਹਨੂੰ ਨਹੀਂ ਮਿਲਦਾ ਪਿਆ ਉਸਤਾਦ ਕੋਈ ਅੱਛਾ, ਉਹ ਅਗਰ ਘਰ ਦੇ ਵਿੱਚ ਦਾਦਾ ਸੀ, ਉਹਦਾ ਪਿਓ ਸੀ, ਉਹਦਾ ਕੋਈ ਨਾਨਾ ਸੀਗਾ ਤੇ ਉਹਦੀ ਦਾਦੀ ਦਾਦਾ ਉਹਨੂੰ ਲੈ ਕੇ ਬਹਿੰਦੇ ਸੀਗੇ, ਉਹਦੀ ਪਰਵਰਿਸ਼ ਕਰਦੇ ਸੀ, ਕਿਉਂਕਿ ਦੁਨੀਆ ਦੇ ਅੰਦਰ ਤਾਲੀਮ ਨਾਲ ਨਹੀਂ ਇਨਕਲਾਬ ਆਇਆ, ਜਦੋਂ ਵੀ ਆਇਆ ਨਾ ਤਰਬੀਅਤ ਨਾਲ ਆਇਆ। ਜਿਵੇਂ ਤੁਸੀਂ ਕੱਲ ਬੜੀ ਖੂਬਸੂਰਤ ਗੱਲ ਫਰਮਾਈ ਸੀ ਸਾਡੇ ਕੋਲ, ਤੁਸੀਂ ਜਦੋਂ ਬੈਠੇ ਸੀ ਤੇ ਤੁਸੀਂ ਕਿਹਾ ਸੀ ਕਿ ਜਿਹੜੇ ਜਿੱਥੇ ਵੀ ਤਜ਼ਕੀਆ ਜਿਹੜਾ ਸੂਫੀ ਜਿਹੜਾ ਕੀ ਕਰਦਾ, ਉਹ ਤਜ਼ਕੀਆ ਕਰਦਾ, ਉਹ ਤਜ਼ਕੀਆ ਮੁੱਕ ਗਿਆ। ਤਜ਼ਕੀਆ ਹੁੰਦਾ ਸੀ ਦਾਦੇ ਕੋਲ, ਨਾਨੇ ਕੋਲ, ਦਾਦੀ ਕੋਲ, ਦਾਦੇ ਕੋਲ ਬੈਠ ਕਰਕੇ, ਪਿਓ ਕੋਲ, ਔਰ ਕੋਈ ਅੱਲਾ ਦਾ ਵਲੀ। ਹੁਣ ਦੇਖੋ ਨਾ ਮਸਜਿਦ ਦੇ ਨਾਲ ਸਾਡਾ ਕਿੰਨਾ ਕੁ ਤਾਲੁਕ ਰਹਿ ਗਿਆ, ਮਸਜਿਦ ਨਾਲ ਸਾਡਾ ਤਾਲੁਕ ਖਤਮ ਹੋ ਗਿਆ ਹੋਇਆ। ਕਿਉਂ ਕਿ ਅਸੀਂ ਸਮਝ ਰਹੇ ਹਾਂ ਕਿ ਜਿਹੜਾ ਉਹ ਸੂਫੀ ਹੈ, ਜਿਹੜਾ ਮਸਜਿਦ ਦੇ ਅੰਦਰ ਬੈਠਾ ਮੌਲਵੀ ਹੈ, ਉਹ ਸਾਨੂੰ ਪੜ੍ਹਾਉਂਦਾ ਨਹੀਂ ਪਿਆ। ਨਹੀਂ, ਸਾਨੂੰ ਮਸਜਿਦ ਨਾਲ ਜੁੜਨਾ ਚਾਹੀਦਾ। ਔਰ ਜਦੋਂ ਤੁਸੀਂ ਮਸਜਿਦ ਨਾਲ ਜੁੜੋਗੇ ਤੁਹਾਡੇ ਕੋਲ ਤਸੱਵੁਫ ਆਏਗਾ, ਤੁਹਾਡੇ ਕੋਲ ਨਵੀਆਂ ਨਵੀਆਂ ਚੀਜ਼ਾਂ ਆਉਣਗੀਆਂ, ਤੁਸੀਂ ਕਿਤਾਬ ਪੜ੍ਹੋਗੇ, ਤੁਸੀਂ ਕਿਤਾਬ ਨਾਲ ਵਾਬਸਤਾ ਹੋ ਜਾਓਗੇ, ਕੁਰਾਨ ਨਾਲ ਵਾਬਸਤਾ ਹੋ ਜਾਓ। ਸੂਫੀ ਪੜ੍ਹਨ ਵਾਸਤੇ ਸਭ ਤੋਂ ਵੱਡੀ ਗੱਲ ਤੇ ਬਹੁਤ ਸਰ ਜੀ ਜਿਹੜਾ ਬਾਬਾ ਹੁੰਦਾ ਨਾ ਜੀ, ਵਾਸਿਫ ਅਲੀ ਵਾਸਿਫ ਸਾਹਿਬ ਬੜੀ ਖੂਬਸੂਰਤ ਗੱਲ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਤੁਸੀਂ ਉਦੋਂ ਤੇ ਕੰਦਾ ਦਿੰਦੇ ਹੋ ਬੰਦੇ ਨੂੰ ਜਦੋਂ ਮਰ ਜਾਂਦਾ ਹੈ, ਲੇਕਿਨ ਉਹਦੀ ਜ਼ਿੰਦਗੀ 'ਚ ਕੰਦਾ ਉਹਨੂੰ ਰੋਜ਼ ਬੁਲਾ ਕਰਕੇ ਕੰਦਾ ਕਿਉਂ ਨਹੀਂ ਦਿੰਦੇ? ਉਹਦੇ ਕੋਲ ਪੁੱਛਦੇ ਕਿਉਂ ਨਹੀਂ ਪਈ ਤੈਨੂੰ ਕੀ ਪਰੇਸ਼ਾਨੀ, ਕੀ ਤਕਲੀਫ ਹੈਗੀ ਹੈ? ਜਿੰਦੇ ਨੂੰ ਕੰਦਾ ਦੇਣਾ। ਉਹ ਬੜੀ ਅੱਛੀ ਗੱਲ ਫਰਮਾਈ ਗਈ ਸੀ ਕਿ ਜੇ ਡੋਲੀ ਵਿੱਚ ਬਹਿ ਕੇ ਡੋਲੀ ਤੇ ਫਿਰ ਡੋਲੀ ਕੀ ਡੋਲੀ। ਹਾਏ ਹਾਏ ਮੀਆਂ ਮੁਹੰਮਦ ਬਖਸ਼ ਰਹਿਮਤੁल्लाह ਅਲੈਹ ਫਰਮਾਉਂਦੇ ਨੇ ਕਿ ਜੇ ਡੋਲੀ ਵਿੱਚ ਬਹਿ ਕੇ ਡੋਲੀ, ਮਸਲਨ ਫਰਜ਼ ਕਰੋ ਕਿ ਜਦੋਂ ਤੂੰ ਡੋਲੀ ਬਹਿ ਗਏ ਤੇ ਨਹੀਂ, ਤੇਰੇ ਕੋਲ ਨਾ ਹੁਣ ਅੱਗੇ ਕੋਈ ਕੰਮ ਕਸਬ ਟਾਈਮ ਨਹੀਂ, ਤੇਰੇ ਕੋਲ ਖਤਮ ਹੋ ਗਿਆ, ਤੇਰੇ ਕੋਲ ਹੁਣ ਤੂੰ ਮਰ ਗਿਆ ਤੇ ਤੈਨੂੰ ਨਵਾ ਧਵਾ ਕੇ ਤੇ ਡੋਲੀ 'ਚ ਪਾ ਕੇ ਹੁਣ ਤੈਨੂੰ ਲੈ ਕੇ ਜਾ ਰਹੇ ਨੇ ਉੱਥੇ ਕਬਰਸਤਾਨ। ਤੇ ਕਹਿੰਦੇ ਨੇ ਜੇ ਡੋਲੀ ਵਿੱਚ ਬਹਿ ਕੇ ਡੋਲੀ ਤੇ ਫਿਰ ਡੋਲੀ ਕੀ ਡੋਲੀ, ਕਿ ਜੇ ਤੈਨੂੰ ਹੁਣ ਅਹਿਸਾਸ ਹੋਇਆ ਤੇ ਕੀ ਅਹਿਸਾਸ ਹੋਇਆ? ਸਹੀ ਸਹੀ। ਨਾਲ ਦੀਆਂ ਸਈਆਂ ਦਾਜ ਬਣਾਏ ਤੇ ਉਮਰ ਦੀ ਪੂੰਜੀ ਰੋਲੀ। ਹਾਏ ਹਾਏ ਹਾਏ। ਤੇ ਤੂੰ ਜਿਹੜੇ ਤੇਰੇ ਨਾਲ ਦੇ ਪੜੋਸੀ ਸਨ, ਤੇਰੇ ਦੋਸਤ ਸਨ, ਤੇਰੇ ਜਿਹੜੇ ਤੇਰੇ ਨਾਲ ਜ਼ਿੰਦਗੀ ਗੁਜ਼ਾਰਨ ਵਾਲੇ ਸਨ, ਉਹ ਸਾਰਿਆਂ ਨੇ ਤੇ ਦਾਜ ਬਣਾ ਲਿਆ, ਲੇਕਿਨ ਤੂੰ ਕੁੜੀਏ ਸਾਰੀ ਜ਼ਿੰਦਗੀ ਜਿਹੜੀ ਜ਼ਿੰਦਗੀ ਤੈਨੂੰ ਰੱਬ ਨੇ ਦਿੱਤੀ ਸੀ 70 ਸਾਲ 60 ਸਾਲ 65 ਸਾਲ, ਵਾਹ ਵਾਹ ਵਾਹ, ਇਹ ਤਾਂ ਸਾਰੇ ਦੇ ਸਾਰੇ ਤੂੰ ਗਵਾ ਲੈ ਸਾਰੇ, ਔਰ ਤੂੰ ਜ਼ਾਇਆ ਕਰਤੇ ਨਾ। ਨਹੀਂ, ਉਹਦੇ 'ਚ ਤੂੰ ਕੋਈ ਦਾਜ ਨਹੀਂ ਬਣਾਇਆ। ਤੂੰ ਅਗਲੇ ਘਰ ਜਾਣਾ, ਰੱਬ ਕੋ ਜਾਣਾ ਹੈ, ਤੇ ਤੂੰ ਕੋਈ ਅਮਲੇ ਸਾਲੇ ਨਹੀਂ ਕੀਤੇ। ਸਹੀ ਸਹੀ ਗੱਲ ਕੀਤੀ ਤੇ ਬਹੁਤ ਅੱਛਾ ਸਵਾਲ ਕੀਤਾ। ਅਸਲ 'ਚ ਜਿਸ ਤਰ੍ਹਾਂ ਸਾਨੂੰ ਪਹਿਲੀ ਦਫਾ ਜਦੋਂ ਹਾਬੀਲ ਤੇ ਕਬੀਲ ਦਾ ਵਾਕਿਆ ਤੁਸੀਂ ਦੇਖਿਆ ਕੁਰਾਨ ਮਜੀਦ 'ਚ ਮੌਜੂਦ ਹੈ, ਤੇ ਉੱਥੇ ਉਹ ਜਦੋਂ ਇੱਕ ਨੇ ਦੂਸਰੇ ਆਪਣੇ ਭਰਾ ਨੂੰ ਮਾਰ ਦਿੱਤਾ ਸੀਗਾ, ਤੇ ਫਿਰ ਉਹ ਜਿਹੜਾ ਨਾ ਉਹਨੂੰ ਦਫਨਾਉਣ ਦਾ ਜਦੋਂ ਵਕਤ ਆਇਆ ਤੇ ਉਹਨੂੰ ਦੱਸਿਆ ਸਾਡੇ ਕవ్ਵੇ ਨੇ ਆ ਕੇ। ਇਸ ਤਰ੍ਹਾਂ ਅਸੀਂ ਜਾਨਵਰਾਂ ਤੋਂ ਬੜੀਆਂ ਸ਼ੈਵਾਂ ਸਿੱਖੀਆਂ। ਮਸਲਨ ਤੁਹਾਨੂੰ ਪਤਾ ਕਿ ਕੀੜੀ ਜਿਹੜੀ ਹੈ ਇਹ ਸਾਰੀ ਜ਼ਿੰਦਗੀ 'ਚ 3 ਦਾਣੇ ਖਾਂਦੀ ਹੈ ਤੇ 300 ਇਕੱਠਾ ਕਰਦੀ ਹੈ। ਅੱਲਾਹ, ਉਹਦੇ ਦਾਣਿਆਂ ਨੂੰ ਫਿਰ ਪਤਾ ਕੌਣ ਖਾਂਦਾ? ਉਹਦੇ ਦਾਣਿਆਂ ਨੂੰ ਫਿਰ ਜਿਹੜਾ ਨਾ ਜੀ ਉਹ ਚੂਹੇ ਖਾਂਦੇ ਨੇ। ਇਸੇ ਤਰੀਕੇ ਨਾਲ ਕਿ ਜੇ ਤੁਸੀਂ ਵੀ ਇੱਥੇ ਕੋਈ ਛੱਡ ਕੇ ਜਾਓਗੇ ਤਾਂ ਤੁਹਾਡੇ ਦਾਣੇ ਵੀ ਚੂਹੇ ਨੇ ਖਾਣੇ ਨੇ। ਵਾਹ ਵਾਹ। ਜਿਸ ਤਰ੍ਹਾਂ ਬਹੁਤ ਸਾਰੀਆਂ એનર્ਜੀਆਂ ਅੱਲਾ ਨੇ ਸਾਡੇ ਅੰਦਰ ਰੱਖੀਆਂ, ਗੁੱਸਾ ਵੀ ਇੱਕ એનર્ਜੀ ਹੈਗੀ ਹੈ। ਦੇਖੋ, ਗੁੱਸਾ ਨਾ ਅਗਰ ਤੁਹਾਡੇ ਅੰਦਰ ਹੋਵੇ ਨਾ, ਤੁਸੀਂ ਸ਼ਹੀਦ ਨਹੀਂ ਹੋ ਸਕਦੇ। ਗੁੱਸਾ ਅਗਰ ਤੁਹਾਡੇ ਅੰਦਰ ਨਾ ਹੋਵੇ ਤਾਂ ਤੁਸੀਂ ਇਹਨੂੰ ਬੇਸਿਕਲੀ ਇਹਨੂੰ ਅਗਰ ਪੋਜ਼ਿਟਿਵ ਇਸਤੇਮਾਲ ਕੀਤਾ ਜਾਵੇ ਤੇ ਰਿਬਾਉਂਡ ਇਫੈਕਟ ਹੈ, ਬਹੁਤ ਵੱਡਾ ਇਫੈਕਟ ਤੁਹਾਨੂੰ ਜ਼ਿੰਦਗੀ 'ਚ ਕ੍ਰੀਏਟ ਕਰਦਾ। ਹੁਣ ਗੁੱਸੇ ਵੇਲੇ ਜੇ ਤਾਂ ਤੁਸੀਂ ਮੌਜੂਦ ਹੋ ਤਾਂ ਗੁੱਸਾ ਪੋਜ਼ਿਟਿਵ ਹੈ, ਤੇ ਜੇ ਗੁੱਸੇ ਵੇਲੇ ਤੁਸੀਂ ਮੌਜੂਦ ਹੀ ਨਹੀਂ ਹੈ, ਮਸਲਾ ਫਰਜ਼ ਕਰੋ ਘਰ ਹੈ ਤਾਂ ਹੁਣ ਤਾਲਾ ਲੱਗਾ ਤਾਂ ਅੰਦਰ ਬੰਦਾ ਮੌਜੂਦ ਨਹੀਂ ਹੈਗਾ, ਤੇ ਇਸ ਤੋਂ ਮੁਰਾਦ ਹੈ ਗੁੱਸੇ ਦੇ ਵਿੱਚ ਬੰਦਾ ਤਾਲਾ ਲਾ ਕੇ ਤਾਂ ਬਾਹਰ ਨਿਕਲ ਜਾਂਦਾ ਆਪਣੇ ਅੰਦਰੋਂ, ਤੇ ਜਦੋਂ ਬਾਹਰ ਨਿਕਲ ਗਿਆ ਤੇ ਇਸ ਤੋਂ ਮੁਰਾਦ ਦੇ ਅੰਦਰ ਤਾਂ ਮੌਜੂਦ ਕੋਈ ਨਹੀਂ। ਤੇ ਸੇਮ ਇਸ ਤਰ੍ਹਾਂ ਹੀ ਹੈ ਕਿ ਜਿਹੜਾ ਗੁੱਸਾ ਨਾ ਜੀ ਉਹ ਬਿਲਕੁਲ ਹਰਾਮ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਗੁੱਸੇ ਵੇਲੇ ਤੁਸੀਂ ਅਗਰ ਮੌਜੂਦ ਹੈਗੇ ਹੋ, ਮਸਲਾ ਫਰਜ਼ ਕਰੋ ਕੋਈ ਐਸੀ ਗੱਲ ਕਰਦਾ ਜਿਹੜੀ ਤੁਹਾਡੀ ਈਮਾਨ ਦੇ ਖਿਲਾਫ ਹੈ, ਤੇ ਤੁਹਾਨੂੰ ਗੁੱਸਾ ਆਉਣਾ ਚਾਹੀਦਾ, ਬਿਲਕੁਲ ਆਉਣਾ ਚਾਹੀਦਾ, ਮੈਂ ਕਹਾਂਗਾ। ਲੇਕਿਨ ਦੇਖਣਾ ਸਿਰਫ ਹੈਗਾ ਕਿ ਗੁੱਸੇ ਵੇਲੇ ਤੁਸੀਂ ਖੁਦ ਮੌਜੂਦ ਹੈਗੇ ਹੋ, ਉੱਥੇ ਹੈ ਜੋ ਚਲੇ ਗਏ। ਹਾਂ ਜੀ, ਜਿੱਥੇ ਚਲੇ ਗਏ ਹੋ, ਤੇ ਜੇ ਮੌਜੂਦ ਹੋ ਤਾਂ ਠੀਕ ਹੈ। ਕਿਉਂਕਿ ਗੁੱਸੇ ਦੇ ਵਿੱਚ ਅਗਰ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾ ਰਹੇ ਹੋ, ਕਿਸੇ ਦੀ ਜ਼ਾਤ ਨੂੰ ਨੁਕਸਾਨ ਪਹੁੰਚਾ ਰਹੇ ਹੋ, ਕਿਸੇ ਦੀ ਪਰਸਨੈਲਿਟੀ ਨੂੰ ਖਰਾਬ ਕਰ ਰਹੇ ਹੋ, ਜਾਂ ਉਹਦੀ ਅਮਲਾਕ ਨੂੰ ਖਰਾਬ ਕਰ ਰਹੇ ਹੋ, ਫਿਰ ਤਾਂ ਗੁੱਸਾ ਹਰਾਮ ਹੈ। ਇਸ ਦੁਆ ਕਰੋ, ਰਸੂਲ ਸੱਲੱਲਾਹੁ ਅਲੈਹਿ ਵਸੱਲਮ ਤੇ ਜਿਹੜੇ ਜ਼ੁਲਮ ਕਰਦੇ ਸਨ ਨਾ ਲੋਕ, ਉਹਨਾਂ ਵਾਸਤੇ ਦੁਆ ਹੀ ਕਰਦੇ ਸੀ ਕਿ ਯਾ ਅੱਲਾ ਇਹਨਾਂ ਨੂੰ ਮੁਸਲਮਾਨ ਕਰ ਦੇ, ਯਾ ਅੱਲਾ ਇਹਨਾਂ ਨੂੰ ਈਮਾਨ ਤੇ ਲੈ ਆ, ਇਹਨਾਂ ਦੇ ਦਿਲ ਫੇਰ ਦੇ। ਔਰ ਫਿਰ ਤੁਸੀਂ ਦੇਖਿਆ ਕਿ ਉਹ ਸਾਰੇ ਲੋਕਾਂ ਦੇ ਦਿਲ ਫਿਰ ਗਏ। ਕਿਉਂਕਿ ਅਗਰ ਦੇਖੋ, ਦੁਨੀਆ ਦੇ ਅੰਦਰ ਨਾ ਇੱਕ ਚੀਜ਼ ਯਾਦ ਰੱਖਣਾ ਹੈ, ਕਦੇ ਵੀ ਤੁਸੀਂ ਜਿਹੜਾ ਨਾ ਜੀ ਅੱਗ ਨਾਲ ਅੱਗ ਨੂੰ ਨਹੀਂ ਬੁਝਾ ਸਕਦੇ, ਹਮੇਸ਼ਾ ਅੱਗ ਤੇ ਪਾਣੀ ਪਾਣਾ ਪੈਂਦਾ ਹੈ। ਬਹੁਤ ਅਹਿਸਾਸ ਮੈਂ ਇੱਕ ਵਾਸਿਫ ਅਲੀ ਵਾਸਿਫ ਸਾਹਿਬ ਦੀ ਲਾਈਨ ਤੁਹਾਡੇ ਅੱਗੇ ਰੱਖਣਾ ਵਾ, ਬੜੇ ਸੋਹਣੇ ਬੰਦੇ ਸਨ, ਅੱਲਾ ਉਹਨਾਂ ਨੂੰ ਠੰਡੀ ਥਾਂ ਦੇਵੇ। ਉਹ ਆਪ ਫਰਮਾਉਂਦੇ ਸੀ ਕਿ ਜਿਹੜਾ ਕੁਝ ਲੋਕਾਂ ਨੂੰ ਨਾ ਅਸੀਂ 30 ਸਾਲ ਦੀ ਉਮਰ 'ਚ ਮਰਦੇ ਵੇਖਨੇ ਆ, ਲੇਕਿਨ ਉਹਨਾਂ ਨੂੰ ਸਿਰਫ 60 ਸਾਲ ਦੀ ਉਮਰ 'ਚ ਦਫਨਾਇਆ ਜਾਂਦਾ ਹੈ, ਇਸ ਲਈ ਕਿ ਉਹਨਾਂ 'ਚ ਅਹਿਸਾਸ ਮਰ ਜਾਂਦਾ ਹੈ। ਜਦੋਂ ਇਨਸਾਨ ਦਾ ਅਹਿਸਾਸ ਮਰ ਗਿਆ ਤਾਂ ਉਹ ਬੰਦਾ ਹੀ ਮਰ ਗਿਆ ਮੇਰੇ ਹਿਸਾਬ ਦੇ ਮੁਤਾਬਕ। ਬੜੀ ਅੱਛੀ ਗੱਲ ਉਹਨਾਂ ਨੇ ਕੀਤੀ। ਉਹ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਅਸੀਂ ਕਦੇ ਵੀ ਇਹ ਨਹੀਂ ਕਹਿੰਦੇ ਕਿਸੇ ਬੰਦੇ ਨੂੰ ਕਿ ਜੀ ਤੁਸੀਂ ਰੋਟੀ ਕਮਾਉਣਾ ਛੱਡ ਦਿਓ।
ਅਸੀਂ ਕਹਿੰਦੇ ਆ ਕਿ ਰੋਟੀ ਕਿੰਨੇ ਜਿੰਨੇ ਟਾਈਮ 'ਚ ਅਸੀਂ ਰੋਟੀ ਖਾਣੀ ਹੈ ਨਾ, ਉਨੇ ਟਾਈਮ ਦੀ ਰੋਟੀ ਅਸੀਂ ਸਿਰਫ ਦੂਸਰਾ, ਅਗਰ ਰੱਬ ਕਹਿੰਦਾ ਹੈ ਕਿ ਰੋਟੀ ਦਾ ਸਾਰਾ ਬੰਦੋਬਸਤ ਮੇਰਾ ਹੈ ਤੇ ਅਸੀਂ ਉਹ ਕਰੀਏ। ਇਹ ਰੱਬ ਦਾ ਕੰਮ ਸੀ। ਸਾਡਾ ਕੰਮ ਸੀ ਅਸੀਂ ਪੜੋਸੀ ਦਾ ਖਿਆਲ ਰੱਖੀਏ, ਆਪਣੇ ਬੱਚਿਆਂ ਦਾ ਖਿਆਲ ਰੱਖੀਏ, ਆਪਣੇ ਭੈਣ ਭਰਾਵਾਂ ਦਾ ਖਿਆਲ ਕਰੀਏ। ਜਿੱਥੇ ਮਾਹੌਲ ਅੱਛਾ, ਜਿਹੜੇ ਇਸ਼ਾਰਿਆਂ ਦੀ ਗੱਲ ਕੀਤੀ ਨਾ ਕਿ ਜੀ ਇੱਕ ਇਸ਼ਾਰਾ ਫਰਜ਼ ਕਰੋ ਕਿ ਤੋੜਾਂਗੇ ਤੇ ਸਾਨੂੰ ਪੁਲਿਸ ਵਾਲਾ ਪੁੱਛ ਲਏਗਾ, ਸਾਨੂੰ ਵਾਰਡਨ ਪੁੱਛੇਗਾ, ਇਸ ਤਰ੍ਹਾਂ ਦੇ ਇਸ਼ਾਰੇ ਅੰਦਰ ਬੜੇ ਇਸ਼ਾਰੇ ਲੱਗੇ ਹੋਏ ਨੇ ਸਾਡੇ ਅੰਦਰ ਬੇਸ਼ੁਮਾਰ ਇਸ਼ਾਰੇ ਲੱਗੇ ਨੇ ਕਿ ਸੁਬਹ ਤੋਂ ਲੈ ਕੇ ਸ਼ਾਮ ਤੱਕ ਸਾਰੇ ਅਸੀਂ ਇਸ਼ਾਰੇ ਤੋੜਦੇ ਨਹੀਂ, ਅਸੀਂ ਸਾਰੀ ਦਿਹਾੜੀ ਤੋੜਦੇ ਰਹਿੰਦੇ ਇਸ਼ਾਰੇ। ਜਿਹੜਾ ਸੂਫੀਜ਼ਮ ਹੈ ਉਹੀ ਤਾਂ ਸਿਖਾਉਂਦਾ ਹੈ ਕਿ ਜਿਹੜੇ ਅੰਦਰ ਦੇ ਇਸ਼ਾਰੇ ਨੇ ਉਹਨਾਂ ਦੀ ਗੱਲ ਰੱਖੋ, ਉਹਨਾਂ ਨੂੰ ਤੁਸੀਂ